ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤਿਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸੂਹੀ ਰਾਗ ਦੀ ਬਾਣੀ, ਮਹੱਲੇ ਪੰਜਵੇਂ ਦੀ। ਸੂਹੀ ਮਹੱਲਾ ਪੰਜਵਾਂ। ਆਓ ਸ਼ੁਰੂ ਕਰਦੇ ਹਾਂ। ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਤੁਮੈ ਚੜਾਏ ਲਿਓ ਜਨ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਜੀਵ ਬੇਨਤੀ, ਉਸ ਪ੍ਰਭੂ ਦੀ ਸਿਫਤ ਸਲਾਹ, ਉਸ ਪ੍ਰਭੂ ਦੀ ਵਡਿਆਈ ਵਰਣਨ ਕਰਦਾ ਹੈ ਕਿ ਹੇ ਪ੍ਰਭੂ, ਤੂੰ ਆਪਣੇ ਜਨ ਨੂੰ ਤੂੰ ਕਿਰਪਾ ਕਰਕੇ ਛੁਡਾ ਲਿਆ ਹੈ। ਉਰਜ ਪਰਿਓ ਜਾਲ ਜਗ ਸੁਪਨਾ। ਮੈਂ ਤਾਂ ਉਰਜ ਗਿਆ ਸੀ। ਇਹ ਸੰਸਾਰ ਜਿਹੜਾ ਹੈ, ਇਹ ਮਾਇਆ ਦਾ ਜਾਲ ਜਿਹੜਾ ਜਗ ਸੁਪਨਾ ਹੈ, ਮੈਂ ਸੁਪਨੇ ਦੇ ਵਿੱਚ ਉਰਜ ਗਿਆ ਸੀ, ਕਿਉਂਕਿ ਸੱਚ ਸਮਝ ਬੈਠਿਆ ਸੀ। ਲੇਕਿਨ ਤੂੰ ਮੈਨੂੰ ਇਸ ਤੋਂ ਛੁਡਾ ਲਿਆ ਹੈ। ਆਪਣੇ ਜਨ ਨੂੰ ਤੂੰ ਆਪ ਕਿਰਪਾ ਕੀਤੀ ਹੈ, ਇਸ ਜਾਲ ਦੇ ਵਿੱਚੋਂ ਛੁਡਾ ਲਿਆ ਹੈ। ਇਸ ਸੁਪਨੇ ਤੋਂ ਮੈਨੂੰ ਬਚਾ ਲਿਆ ਹੈ, ਮੈਨੂੰ ਜਗਾ ਲਿਆ ਹੈ, ਮੈਨੂੰ ਆਪਣਾ ਗਿਆਨ ਕਰਵਾ ਦਿੱਤਾ ਹੈ। ਇਹ ਰਹੋ ਪੰਕਤੀਆਂ ਨੇ ਇਸ ਸ਼ਬਦ ਦੀਆਂ। ਕਿਵੇਂ ਕਿਵੇਂ ਕਿੱਥੋਂ ਕਿੱਥੋਂ ਕੱਢਿਆ ਪਰਮੇਸ਼ਰ ਨੇ, ਉਹ ਫਿਰ ਇੱਥੇ ਹੈ। ਪ੍ਰਭੂ, ਤੂੰ ਮੈਨੂੰ ਕਿੱਥੋਂ ਕਿੱਥੋਂ ਬਚਾਇਆ ਹੈ, ਮੇਰੀ ਕੀ ਹਾਲਤ ਸੀ। ਅਨੇਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਕਿ ਪ੍ਰਭੂ, ਤੂੰ ਆਪਣੇ ਦਾਸ ਨੂੰ ਦੇ ਵਿੱਚ ਜਿਹੜੇ ਅਨੇਕਾਂ ਮਨ ਦੇ ਵਿੱਚ ਵਿਚਾਰ ਸੀ, ਅਨੇਕਾਂ ਭਰਮ ਸੀ, ਜਿਸ ਨੂੰ ਆਪਾਂ ਬਿੰਗ ਵੱਲ ਵੀ ਕਹਿ ਦਿੰਦੇ ਹਾਂ, ਕਿ ਤੂੰ ਮੇਰੇ ਅੰਦਰੋਂ ਸਾਰੇ ਜਿਹੜੇ ਬਲ ਛਲ ਸੀ, ਸਾਰੇ ਮਨ ਦੇ ਵਿੱਚ ਭਰਮ ਸੀ, ਉਹਨਾਂ ਤੋਂ ਮੈਨੂੰ ਉਹ ਮੇਰੇ ਤੋਂ ਛੁਡਾ ਦਿੱਤੇ ਨੇ, ਉਹਨਾਂ ਤੋਂ ਮੈਨੂੰ ਮੁਕਤ ਕਰ ਦਿੱਤਾ ਹੈ। ਕਰ ਕਿਰਪਾ ਪ੍ਰਭ ਆਪਣਾ ਕਰਿਆ। ਤੂੰ ਕਿਰਪਾ ਕਰਕੇ ਹੈ ਪ੍ਰਭੂ, ਮੈਨੂੰ ਆਪਣਾ ਬਣਾ ਲਿਆ। ਮੇਰੇ ਜਿਹੜੀਆਂ ਉਰਜਨਾ ਸੀ, ਜਿਹੜੇ ਮੇਰੇ ਜੀਵਨ ਦੇ ਵਿੱਚ ਭਰਮ ਸੀ, ਉਹ ਮੇਰੇ ਦੂਰ ਕਰ ਦਿੱਤੇ। ਪਰਬਤ ਦੋਖ ਮਹਾ ਬਿਕਰਾਲਾ, ਤੇ ਮੇਰੇ ਵੱਡੇ ਵੱਡੇ ਗੁਨਾਹ, ਮੇਰੇ ਅੰਦਰੋਂ ਜਿਹੜੇ ਵਿਕਾਰ ਸੀ, ਬੜੇ ਬੜੇ ਵਿਕਾਰ, ਉਹਨਾਂ ਤੋਂ ਤੂੰ ਮੈਨੂੰ ਬਚਾ ਲਿਆ ਹੈ। ਖਿਨ ਮੈਂ ਦੂਰ ਕੀਏ ਦਇਆਲਾ। ਤੂੰ ਐਸਾ ਦਿਆਲੂ ਹੈ, ਐਸਾ ਕਿਰਪਾਲੂ ਪ੍ਰਭੂ, ਤੂੰ ਮੇਰੇ ਅੰਦਰੋਂ ਏਡੇ ਦੋਖ, ਏਡੇ ਮੇਰੇ ਵਿਕਾਰਾਂ ਨੂੰ ਇੱਕ ਖਿਨ ਦੇ ਵਿੱਚ ਹੀ ਦੂਰ ਕਰ ਦਿੱਤਾ। ਮੈਨੂੰ ਉਹਨਾਂ ਤੋਂ ਆਪ ਦੂਰ ਕਰ ਲਿਆ ਹੈ, ਮੈਨੂੰ ਉਹਨਾਂ ਤੋਂ ਬਚਾ ਲਿਆ ਹੈ। ਸੋਗ ਰੋਗ ਬਿਪਤ ਅਤ ਭਾਰੀ, ਤੇ ਜਿਹੜੇ ਮੇਰੇ ਮਨ ਨੂੰ ਰੋਗ ਸੀ ਹਉਮੈ ਦਾ, ਜਿਸ ਕਰਕੇ ਦੁਖੀ ਸੀ, ਜਿਸ ਕਰਕੇ ਇਸ ਨੂੰ ਬਿਪਤ ਸੀ, ਬਿਪਤਾ ਪਈ ਸੀ। ਬਿਪਤਾ ਕੀ ਹੈ ਮਨ ਨੂੰ? ਕਿ ਹਉਮੈ ਦੇ ਰੋਗ ਹੋਣ ਕਰਕੇ ਇਸ ਨੂੰ ਜਨਮ ਮਰਨ ਦੇ ਵਿੱਚ ਪਾ ਕੇ ਰੱਖਦੇ ਹੈ ਇਸ ਨੂੰ, ਇਸ ਕਰਕੇ ਮਨ ਦੁਖੀ ਸੀ। ਇਹ ਤੂੰ ਮੇਰਾ ਜਿਹੜੇ ਬਹੁਤ ਭਾਰੀ ਸੀ, ਦੂਰ ਪਈ ਜਪ ਨਾਮ ਮੁਰਾਰੀ। ਹੇ ਪ੍ਰਭੂ, ਤੇਰੇ ਨਾਮ ਨੂੰ ਜਪ ਕੇ ਉਹ ਵੀ ਮੇਰੇ ਦੂਰ ਹੋ ਗਏ ਹਨ। ਤੂੰ ਮੇਰੀ ਤੇ ਕਿਰਪਾ ਕੀਤੀ ਹੈ। ਤੂੰ ਮੈਨੂੰ ਐਸੇ ਦੁੱਖਾਂ ਤੋਂ, ਐਸੇ ਸੋਗ ਤੋਂ, ਰੋਗ ਤੋਂ, ਬਿਪਤ ਤੋਂ ਵੀ ਬਚਾ ਲਿਆ ਹੈ। ਦਿਸ਼ਟ ਧਾਰ ਲੀਨੋ ਲੜ ਲਾਏ, ਤੂੰ ਐਸੀ ਮੇਰੇ ਤੇ ਕਿਰਪਾ ਕੀਤੀ ਹੈ,
ऐसी मेरे ते दृष्टि कीती है, मेरे ते बख्शिश कीती है कि तू मैनू अपने लड़ ला लिया है। हर चरण गहे नानक सरनाए। हे प्रभु, तेरे चरनां नूं मैं प्राप्त कर लिया। तू मैनू किरपा कीती, अपने चरनां दे नाल जोड़ लिया है। मैनू अपने चरनां दी प्राप्ति बख्शिश कर दी है। तू मेरे ते किरपा कीती है। उस प्रभु दे अगे सन्मुख होके सिफत सलाह वडियाई है कि ऐसा प्रभु दयालु है। क्योंकि एक क्यों लिखी है, ताकि असी भी जीव उस प्रभु दी शरण दे विच जाके उस दी दया दे पात्र बन के आपां भी इस जिहड़ा संसार सुपना है जिस दे विच मन सुता है, मन सौण करके इस नूं सच समझ लिया है ते इत्थे फसिया है, उस तो आजाद हो सके। आपां भी प्रभु दे, क्योंकि परमेश्वर दे विच रह के ही असी उस तो दूर हाँ। क्योंकि साडे अंदर भरम ने, साडे अंदर विकार ने, जिस तो साडे मन की इन्नी हैसियत नहीं है कि असी खुद छुट सकीए। जदों असी उस प्रभु ते चरनां च बेनती करते हाँ, फिर आप मालक सानू अपने चरनां नाल जोड़ लैंदा है। आप साडे अंदरों विकारां नूं मार देंदा है, साडे अंदरों जिहड़े भरम खत्म कर देंदा है ते सानू अपना बना लैंदा है। और अगला जिहड़ा शब्द है सूही राग दे विच फिर महले पंजवें दा शब्द है। सूही महला पंजवां। रहो पंक्तियां ने शब्दियां। जो तिस भावै सो परवान, अपनी कुदरत आपे जान। परमेश्वर, हे प्रभु, तेरी अपनी कुदरत है। तू आप ही जिस जीव ते कृपा करदा तू उसनू आप जना देंदा है, क्योंकि तेरी ही रची हुई कुदरत है। तू कुदरत दे विच ही वसिया है। इस करके जो तैनू पाउंदा है उही परवान है। तू जिस ते कृपा करदा है उसनू तू आप ही जना देंदा है। तेरी अपनी ये सारी रचना है, जिहड़ी सृष्टि प्रभु दी ही रचना है। दीन छड़ाए दुनी जो लाए, दुही सराय खुनामी कहाए। समझाउंदे ने कि दीन धर्म साडा जिहड़ा जिस ते साडा असीं पैदा कीते हाँ, उस नूं छड्ड के जेकर असीं दुनिया दे नाल जुड़दे हाँ, धर्म नूं छड्ड के, प्रभु नूं छड्ड के, परमेश्वर नूं छड्ड के अपना जिहड़ा जिस जिहड़ा साडा सानू सिरजणहार है, पैदा करने वाला है, उस नूं छड्ड के, भाव कादर नूं छड्ड के उसदी कुदरत दे नाल जुड़ जाइए, दुनी नाल जुड़ जाइए। दुनी की है? ये संसार दृष्टमान जिहड़ा है। दुही सराई खुनामी कहाए। ऐसा जीव जिहड़ा है अपराधी हो जाता है, क्योंकि ना उसनूं दुनिया दे विच मान मिलता है, ना वो दुनिया दे विच सुखी रह सकता है, ते ना ही उस प्रभु नूं परवान हुंदा है, क्योंकि दुनिया उसदी पैदा कीती है। दुनिया नाल जुड़ के अपना दीन नहीं कोना। जिवें बाबा कबीर जी समझाउंदे ने, कबीर दुनी दीन गवायो दुनी स्यों, दुनी न चाली साथ। पाए कुहाड़ा मारिया काफल अपने हाथ। भी दीन गवा लिया दुनी नाल जुड़ के, ते दुनी नाल नहीं चली, अपने पैरां ते आप ही कुहाड़ा मार लिया। इस करके इत्थे भी दुखी ते अगे भी दुख भोगेगा। जे उसनूं याद रखांगे उस प्रभु नूं, फिर इत्थे भी सुख है
ਤੇ ਅੱਗੇ ਵੀ ਸਾਡਾ ਜੀਵਨ ਸੁਹੇਲਾ ਹੁੰਦਾ ਹੈ। ਜਿਹੜੇ ਪ੍ਰਭੂ ਨੂੰ ਲੋਚਦੇ ਨੇ, ਜਿਨ੍ਹਾਂ ਨੂੰ ਆਪਣਾ ਬਣਾ ਲੈਂਦਾ ਹੈ। ਕਿਉਂਕਿ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਸਾਜੀ ਹੈ, ਇਹ ਕੁਦਰਤ ਨੂੰ ਸਾਜਿਆ ਹੈ, ਤੇ ਕੁਦਰਤ ਦੇ ਵਿੱਚ ਆਪ ਹੀ ਵਸਿਆ ਹੋਇਆ ਹੈ। ਕੁਦਰਤ ਕਰਕੇ ਵਸਿਆ ਸੋਏ, ਬਲਿਹਾਰੀ ਕੁਦਰਤ ਵਸਿਆ। ਪਰ ਹੁਣ ਅਸੀਂ ਕੀ ਹੈ ਕਿ ਅਸੀਂ ਸਿਰਫ ਕੁਦਰਤ ਨਾਲ ਜੁੜ ਜਾਂਦੇ ਹਾਂ। ਤੇ ਆਪਾਂ ਦੇਖਦੇ ਹਾਂ ਬਹੁਤ ਸਾਰੇ ਵਿਦਵਾਨ ਕੁਦਰਤ ਨੂੰ ਹੀ ਰੱਬ ਕਹਿੰਦੇ ਹਨ, ਕੁਦਰਤ ਨੂੰ ਹੀ ਕਾਦਰ ਮੰਨਦੇ ਹਨ। ਲੇਕਿਨ ਕੁਦਰਤ ਜਿਹੜੀ ਹੈ ਉਸ ਕਾਦਰ ਦੀ ਰਚਨਾ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਆਪ ਕਰਤਾ ਹੈ ਕਾਦਰ, ਤੇ ਇਹ ਕੁਦਰਤ ਉਸਦੀ ਰਚਨਾ ਹੈ। ਉਹ ਪਵਿੱਤਰ ਹੈ, ਉਸ ਦਾ ਨਾਮ ਵੀ ਪਵਿੱਤਰ ਹੈ। ਪਾਕੀ ਨਾਈ ਪਾਕ, ਉਸ ਦਾ ਨਾਮ ਵੀ ਪਵਿੱਤਰ, ਆਪ ਵੀ ਪਵਿੱਤਰ ਹੈ। ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ। ਜਦੋਂ ਅਸੀਂ ਉਹਦੇ ਹੁਕਮ ਨੂੰ ਮੰਨ ਕੇ ਦੇਖਾਂਗੇ, ਫਿਰ ਸਾਨੂੰ ਇਸ ਕੁਦਰਤ ਦੇ ਵਿੱਚ ਹੀ ਉਹ ਵਰਤਦਾ ਨਜ਼ਰ ਆਉਂਦਾ ਹੈ, ਹਰ ਥਾਂ ਵਸਿਆ ਹੋਇਆ ਹੈ। ਪਰ ਜਦ ਤੱਕ ਅਸੀਂ ਉਸ ਤੋਂ ਵਿਛੜੇ ਹਾਂ, ਸਿਰਫ ਸੰਸਾਰ ਨਾਲ ਜੁੜੇ ਹਾਂ, ਉਸਦੀ ਕੁਦਰਤ ਨਾਲ ਜੁੜੇ ਹਾਂ, ਉਨੀ ਦੇਰ ਸਾਨੂੰ ਲੋਕ 'ਚ ਵੀ ਸੁੱਖ ਨਹੀਂ ਤੇ ਅੱਗੇ ਵੀ ਸੁੱਖ ਨਹੀਂ ਮਿਲਣਾ। ਅਸੀਂ ਗੁਨਾਹਗਾਰ ਕਹਾਉਂਦੇ ਹਾਂ, ਪ੍ਰਵਾਨ ਨਹੀਂ ਹੁੰਦੇ। ਸੱਚਾ ਧਰਮ ਪੁਨ ਭਲਾ ਕਰਾਏ, ਦੀਨ ਕੈ ਤੋਸੈ ਦੁਨੀ ਨਾ ਜਾਏ। ਹੁਣ ਸਤਿਗੁਰ ਸਮਝਾਉਂਦੇ ਨੇ ਕਿ ਅਸੀਂ ਕੀ ਕਰਦੇ ਹਾਂ। ਸੰਸਾਰ ਦੇ ਵਿੱਚ ਸਿਰਫ ਅਸੀਂ ਸੰਸਾਰੀ ਕਰਮ ਕਰਦੇ ਹਾਂ। ਸੰਸਾਰ ਕਿੱਥੇ ਤੱਕ ਹੈ? ਧਰਮ ਤੱਕ ਹੈ, ਪੁੰਨ ਦਾਨ ਤੱਕ ਹੈ। ਪਰ ਇਹ ਸੰਸਾਰੀ ਪੁੰਨ ਦਾਨ ਕੀਤੇ ਪਰਮੇਸ਼ਰ ਦੇ ਕੋਲ ਪ੍ਰਵਾਨ ਨਹੀਂ ਹੁੰਦੇ, ਕਿਉਂਕਿ ਇਹ ਸਾਰਾ ਕੁਝ ਹੀ ਇੱਥੇ ਹੀ ਰਹਿ ਜਾਂਦਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਕਰਮ ਧਰਮ ਪਖੰਡ ਜੋ ਦੀਸੈ, ਸਭ ਜਮ ਜਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਪ੍ਰਭੂ ਦੇ ਅੱਗੇ ਪ੍ਰਭੂ ਤੂੰ ਕੀ ਪ੍ਰਵਾਨ ਹੈ ਨਾ। ਜੇ ਪ੍ਰਭੂ ਨੂੰ ਪ੍ਰਵਾਨ ਹੋਣਾ ਅਸੀਂ, ਫਿਰ ਸਾਨੂੰ ਆਪਣੇ ਮਨ ਦਾ ਲੇਖਾ ਲਿਖਣਾ ਪਏਗਾ, ਨਾਮ ਦਾ ਲੇਖਾ ਲਿਖਣਾ ਪਏਗਾ। ਲੇਖਾ ਲਿਖ ਪੜ੍ਹਿਆ ਨਾਮ, ਫਿਰ ਲੇਖ ਨਾ ਹੋਈ। ਇਸ ਕਰਕੇ ਜਦ ਤੱਕ ਅਸੀਂ ਨਾਮ ਤੋਂ ਭੁੱਲੇ ਹਾਂ ਤੇ ਸਿਰਫ ਕਰਮ ਧਰਮ ਤੱਕ ਸੀਮਤ ਹਾਂ, ਇਹ ਇੱਥੇ ਸੰਸਾਰ ਦੇ ਵਿੱਚ ਤਾਂ ਆਪਾਂ ਦਿਖਾਵਾ ਕਰ ਸਕਦੇ ਹਾਂ, ਪਰਮੇਸ਼ਰ ਤੱਕ ਇਹ ਨਹੀਂ ਪਹੁੰਚਦਾ, ਕਿਉਂਕਿ ਉੱਥੇ ਨਾਮ ਹੀ ਪ੍ਰਵਾਨ ਹੈ। ਨਾਮ ਤੋਂ ਬਿਨਾਂ ਉੱਥੇ ਕੁਛ ਵੀ ਪ੍ਰਵਾਨ ਨਹੀਂ ਹੈ। ਸਰਮ ਨਿਰੰਤਰ ਏਕੋ ਜਾਗੈ, ਜਿਤ ਜਿਤ ਲਾਇਆ ਤਿਤ ਕੋ ਲਾਗੈ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਸੰਸਾਰ ਹੈ ਜਿਹੜਾ, ਜਿਵੇਂ ਜਿਵੇਂ ਕੋਈ ਲਾਇਆ ਉਵੇਂ ਲੱਗਿਆ ਹੋਇਆ ਹੈ। ਪਰ ਜਿਨ੍ਹਾਂ ਨੂੰ ਪ੍ਰਭੂ ਆਪ ਜਨਾ ਦਿੰਦਾ ਹੈ, ਉਹਨਾਂ ਨੂੰ ਫਿਰ ਜਗ੍ਹਾ ਦਿੰਦਾ ਹੈ ਇਸ ਸੰਸਾਰ ਦੇ ਵਿੱਚੋਂ। ਉਹਨਾਂ ਨੂੰ ਕਰਮ ਧਰਮ ਪਖੰਡ ਤੋਂ ਛਡਾ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਤੇ ਦੂਜਿਆਂ ਨੂੰ ਆਪ ਹੀ ਇਸ ਭਰਮ ਦੇ ਵਿੱਚ ਪਿਆ ਰਹਿਣ ਦਿੰਦਾ ਹੈ। ਜਿਹੜਾ ਜੀ ਭਰਮ ਦੇ ਵਿੱਚ ਪਿਆ ਹੈ, ਜਿਹੜਾ ਉਸ ਪ੍ਰਭੂ ਤੋਂ ਵਿਛੜ ਕੇ ਸਿਰਫ ਕਰਮ ਕਾਂਡ ਤੱਕ ਪਿਆ ਹੈ, ਉਹ ਫਿਰ ਉਸ ਪ੍ਰਭੂ ਦੇ ਅੱਗੇ ਪ੍ਰਵਾਨ ਨਹੀਂ ਹੁੰਦਾ। ਤੇ ਜਿਨ੍ਹਾਂ ਨੂੰ ਜਗ੍ਹਾ ਦਿੰਦਾ, ਉਹ ਫਿਰ ਜਾਗ ਪੈਂਦੇ ਹਨ। ਅਗਮ ਅਗੋਚਰ ਸੱਚ ਸਾਹਿਬ ਮੇਰਾ, ਜਿਨ੍ਹਾਂ ਨੂੰ ਆਪ ਜਗਾਉਂਦਾ ਹੈ, ਉਹਨਾਂ ਵਾਸਤੇ ਫਿਰ ਇਹ ਕਰਮ ਕਾਂਡ ਨਹੀਂ, ਕਿਉਂਕਿ ਉਹਨਾਂ ਵਾਸਤੇ ਫਿਰ ਪਰਮੇਸ਼ਰ ਅਗਮ ਅਗੋਚਰ ਜਿਹੜਾ ਹੈ ਉਹ ਸੱਚਾ ਸਾਹਿਬ ਹੈ।
फिर जीव जिवें ओ परमेश्वर चलाउंदा है उवें चलदे हन। नानक बोला बुलाया तेरा। फिर महाराज समझाउंदे ने कि फिर तां तेरा बुलाया मैं बोलदा हाँ, क्योंकि परमेश्वर ने ही गुरु साहिबाना द्वारा सानू ये ज्ञान बख्शिश किया है कि कलयुग है जिहड़ा, कलयुग दे विच पुण्य दान पाठ पूजा ये सारा कुछ पहले युगां दा धर्म सी। जप तप ये सारे पहले युगां दा धर्म सी। कलयुग दे विच सिर्फ नाम दी वडियाई है। जिहड़ा त्रेते युग दा धर्म सी वो सी जग करने। जिहड़ा द्वापर युग दा धर्म सी वो पूजा करनी, जप तप करना। लेकिन कलयुग दे विच सिर्फ केवल नाम, जिन्होंने बाबा रविदास जी समझाउंदे ने सतयुग सत त्रेता जगी द्वापर पूजा चार, तीन युग तीनों दृढ़े कल केवल नाम आधार। कलयुग दे विच केवल नाम दी वडियाई है। इस करके तुसीं समझाउंदे ने कि असीं आप नहीं कहंदे ये ज्ञान, असीं तां है प्रभु तेरे बुलाए ही बोलदे हाँ, क्योंकि तू साडे ते कृपा कीती है, तू सानू जगा देता है। तेरा जगाया असीं लगातार जाग रहे हैं ते तेरे बुलाए ही बोलते हाँ। अगे जरा शब्द है सूही महला पंजवां, सूही राग दे विच महले पंजवें दा शब्द है। प्रातः रहो पंक्तियां ने कह सदा सदा जपिए हर नाम, पूर्ण होवे मन के काम। सतगुरु समझाउंदे ने कि सदा ही सिर्फ नाम नू जपीए, क्योंकि नाम दी ही वडियाई है कलयुग दे विच। पूर्ण होवे मन के काम भी उहदे नाल फिर मन दे जिहड़े काम ने पूर्ण हुंदे ने। जदों असीं नाम दे नाल जुड़दे हाँ, केवल नाम। कलयुग दे विच केवल नाम जपो रे प्राणी, छोड़ो मन के परम। के मन दे परम छड़ दो, केवल नाम जपो। प्रातः काल हर नाम उचारी, इत ऊत की ओट सवारी। प्रातः काल, प्रातः काल कहते ने जिहड़ा सवेर दा समा है, अमृत वेला भी जिसनों आपां कहते हाँ, जदों दिन की शुरुआत होंदी है। इदां ही गुरबाणी अनुसार जिहड़ा साडे मन दा अमृत वेला है जिहड़ा वो कदों है, जदों गुर दे नाम नू जान लैंदा है। अमृत वेला सच नौ वडियाई विचार। जदों मन जागदा है उदों मन दा अमृत वेला है। जिवें अपना तन जागदा है, तन जागदा है, उसनूं आपां संसार दे विच अमृत वेला कहंदे हाँ। जिसनूं अमृत वेले नूं वख वख लोकां दे वख वख विचार ने। कोई 12 बजे तो बाद शुरुआत होंदी है, उसनूं अमृत वेला कहंदा है। कोई कहंदा है 2 बजे अमृत वेला है, कोई 4 बजे अमृत वेला कहंदा है। लेकिन गुरबाणी अनुसार अमृत वेला कदों है, जदों साडा मन जागदा है। फिर उस नाम दा भेद होंदा है, क्योंकि नाम कदों उचारिया जाता है। जिवें संसार दे विच नाम ने बंदा कदों बोलदा, जदों उठदा है। वो नाम किहड़े ने जिहड़े असीं अखरां दे विच उचारदे हाँ। लेकिन जिहड़ा प्रभु दा नाम है वो अखरां दे विच नहीं है। उसनूं किवें उचारिया जांदा है?
ਜਦੋਂ ਕੋਈ ਜੀਵ ਉਸ ਨੂੰ ਵਿਚਾਰਦਾ ਹੈ, ਉਹ ਗਿਆਨ ਲੈਂਦਾ ਹੈ ਉਸਦੇ ਜਨਾਂ ਦੇ ਕੋਲੋਂ, ਫਿਰ ਉਸ ਦਾ ਅੰਮ੍ਰਿਤ ਵੇਲਾ ਹੈ। ਈਤ ਊਤ ਕੀ ਓਟ ਸਵਾਰੀ। ਉੱਥੇ ਫਿਰ ਸਾਡੀ ਲੋਕ ਤੇ ਪਰਲੋਕ ਦੇ ਵਿੱਚ ਜਿਹੜਾ ਸਾਡਾ ਸਹਾਰਾ ਬਣਦਾ ਹੈ, ਉਸ ਦੇ ਨਾਲ ਮਨ ਜੁੜ ਜਾਂਦਾ ਹੈ। ਉਹ ਕੌਣ ਹੈ? ਨਾਮ। ਇੱਥੇ ਵੀ ਸਾਡਾ ਸਹਾਈ ਹੁੰਦਾ ਹੈ ਤੇ ਪਰਲੋਕ ਦੇ ਵਿੱਚ ਵੀ ਸਾਡਾ ਸਹਾਈ ਹੁੰਦਾ ਹੈ। ਉਹ ਨਾਮ ਹੈ। ਉਹ ਨਾਮ ਦਾ ਫਿਰ ਸਾਨੂੰ ਭੇਦ ਆਉਂਦਾ ਹੈ। ਕਿੱਥੋਂ ਭੇਦ ਆਉਂਦਾ ਹੈ? ਜਦੋਂ ਅਸੀਂ ਉਸ ਦੇ ਜਨਾਂ ਦੁਆਰਾ, ਜਿਨ੍ਹਾਂ ਨੂੰ ਨਾਮ ਦਾ ਭੇਦ ਹੈ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁੱਤ ਸਭ ਨਸੈ। ਜਦੋਂ ਅਸੀਂ ਸੰਤਾਂ ਦਾ ਸੰਗ ਕਰਦੇ ਹਾਂ, ਉਹ ਸਾਨੂੰ ਫਿਰ ਨਾਮ ਦਾ ਭੇਦ ਦਿੰਦੇ ਨੇ। ਫਿਰ ਸਾਡਾ ਮਨ ਜਾਗਦਾ ਹੈ। ਪ੍ਰਭ ਅਵਿਨਾਸੀ ਰਹਿਣ ਦੇਣ ਗਾਉ। ਫਿਰ ਮਨ ਉਸ ਪ੍ਰਭੂ ਨੂੰ ਦਿਨ ਰਾਤ ਗਾਉਂਦਾ ਹੈ। ਜਦੋਂ ਮਨ ਜਾਗ ਪੈਂਦਾ ਹੈ, ਜੀਵਤ ਮਰਤ ਨੇਚਲ ਪਾਵੇ ਥਾਉ। ਕਿਉਂਕਿ ਫਿਰ ਸਾਨੂੰ ਉਹ ਥਾਂ ਪ੍ਰਾਪਤ ਹੋ ਜਾਂਦਾ ਜਿਹੜਾ ਨਿਹਚਲ ਥਾਂ ਹੈ, ਜਿਹੜਾ ਅਚਲ ਹੈ, ਜਿਹੜਾ ਥਿਰ ਹੈ। ਉੱਥੇ ਅਸੀਂ ਜੀਵਤ ਮਰੇ ਦੋਹੇ ਆਪਾਂ ਉੱਥੇ ਪ੍ਰਵਾਨ ਹੋ ਜਾਂਦੇ ਹਾਂ। ਕਿਉਂਕਿ ਜਿੱਥੇ ਮਰ ਕੇ ਜਾਣਾ, ਉੱਥੇ ਅਸੀਂ ਜੀਵਤ ਵਸ ਜਾਂਦੇ ਹਾਂ। ਉਹ ਥਾਂ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਉਸ ਘਰ ਦੇ ਵਿੱਚ ਬੈਠ ਕੇ ਹੀ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ। ਉਸ ਦੇ ਦਿਨ ਰਾਤ ਆਪਾਂ ਗੁਣ ਗਾ ਸਕਦੇ ਹਾਂ, ਉਸ ਦੀ ਸਿਫਤ ਸਲਾਹ ਕਰ ਸਕਦੇ ਹਾਂ। ਉਸ ਨੂੰ ਮਿਲਣ ਦਾ ਜੋ ਗਿਆਨ ਹੈ, ਉਸ ਦਾ ਆਪਾਂ ਭੇਤ ਦੇ ਸਕਦੇ ਹਾਂ। ਜਦੋਂ ਪ੍ਰਭੂ ਦੀ ਕਿਰਪਾ ਕਰਦਾ, ਜਦੋਂ ਸਾਡਾ ਮਨ ਜਾਗ ਪੈਂਦਾ ਹੈ। ਕਿਉਂਕਿ ਜਦੋਂ ਮਨ ਜਾਗਦਾ ਹੈ, ਮਨ ਦਾ ਜਾਗਣਾ ਜਿਹੜਾ ਹੈ ਅਨਦਿਨ ਜਾਗਣਾ ਹੈ। ਜਿਹੜੀ ਰਾਤ ਹੈ, ਗੁਰਬਾਣੀ ਅਨੁਸਾਰ ਰਾਤ ਸਾਡਾ ਜੀਵਨ ਹੈ। ਤੇ ਜਦੋਂ ਜਾਗ ਪੈਂਦਾ ਹੈ, ਫਿਰ ਸਾਡੇ ਵਾਸਤੇ ਹਮੇਸ਼ਾ ਦਿਨ ਹੋ ਜਾਂਦਾ ਹੈ। ਗੁਰਬਾਣੀ ਅਨੁਸਾਰ ਆਪਾਂ ਕਦੋਂ ਜਾਗਦੇ ਹਾਂ? ਜਿਹੜਾ ਮਨ ਸਾਡਾ, ਜਦੋਂ ਅਸੀਂ ਤਨ ਸੌਂਦਾ ਹੈ, ਮਨ ਜਾਗਦਾ ਹੈ। ਜਦੋਂ ਤਨ ਜਾਗਦਾ ਹੈ, ਮਨ ਸੌਂਦਾ ਹੈ। ਕਿਉਂ ਮਨ ਸੌਂਦਾ? ਕਿਉਂਕਿ ਮਨ ਜਦੋਂ ਤਨ ਜਾਗਦਾ ਹੈ, ਮਨ ਭਰਮ 'ਚ ਪੈ ਜਾਂਦਾ ਹੈ ਕਿ ਇਹ ਤਨ ਮੇਰਾ ਹੈ, ਇਹ ਘਰ-ਬਾਰ ਮੇਰਾ ਹੈ, ਇਹ ਪਰਿਵਾਰ ਮੇਰਾ ਹੈ। ਲੇਕਿਨ ਜਦੋਂ ਤਨ ਸੌ ਜਾਂਦਾ ਹੈ, ਮਨ ਸਭ ਕੁਝ ਭੁੱਲ ਜਾਂਦਾ ਹੈ। ਨਾ ਇਸ ਨੂੰ ਘਰ ਦੀ ਸੋਚੀ ਰਹਿੰਦੀ, ਨਾ ਇਸ ਨੂੰ ਤਨ ਦੀ ਸੋਚੀ ਰਹਿੰਦੀ। ਉਸ ਸਮੇਂ ਮਨ ਦਾ ਜਾਗਣਾ ਹੈ। ਪਰ ਜਦੋਂ ਫਿਰ ਮਨ ਨੂੰ ਗਿਆਨ ਹੋ ਜਾਂਦਾ ਹੈ, ਫਿਰ ਮਨ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਸੰਸਾਰ, ਇਹ ਤਨ ਵੀ ਮੇਰਾ ਨਹੀਂ ਹੈ, ਇਹ ਪਰਿਵਾਰ ਵੀ ਮੇਰਾ ਨਹੀਂ ਹੈ। ਇਹ ਸਾਰਾ ਕੁਝ ਸਾਡਾ ਸੰਜੋਗ ਹੈ। ਅਸੀਂ ਸੰਜੋਗੀ ਹਾਂ। हे ਪ੍ਰਭੂ, ਤੂੰ ਸਾਨੂੰ ਸੰਜੋਗੀ ਬਣਾਇਆ ਹੈ, ਲੇਕਿਨ ਕੁਝ ਸਮੇਂ ਦਾ ਸੰਜੋਗ ਹੈ। ਜਿੰਨਾ ਸਮਾਂ ਸਾਡਾ ਸੰਜੋਗ ਹੈ, ਅਸੀਂ ਇਕੱਠੇ ਰਹਿਣਾ ਹੈ। ਜਿਉਂ-ਜਿਉਂ ਜਿਸ ਦਾ ਵਿਛੋੜਾ ਹੋਣਾ ਹੁੰਦਾ ਹੈ, ਉਹ ਜੀਵ ਆਪਣੇ ਪਰਿਵਾਰ ਦੇ ਵਿੱਚੋਂ ਚਲੇ ਜਾਂਦਾ ਹੈ, ਵਿਛੋੜਾ ਪੈ ਜਾਂਦਾ ਹੈ। ਕੁਛ ਵਿਛੋੜੇ ਨੇ ਜਿਹੜੇ ਸਾਡੇ ਸਰੀਰਾਂ ਦੇ ਸੰਸਾਰ 'ਚ ਪੈ ਜਾਂਦੇ ਨੇ, ਤੇ ਕੁਛ ਸਦੀ ਵੀ ਪੈ ਜਾਂਦੇ ਹਨ। ਇਸ ਕਰਕੇ ਸਾਰਾ ਸੰਜੋਗਾਂ ਦਾ ਖੇਲ ਹੈ। ਪਰ ਇਹ ਗਿਆਨ ਉਦੋਂ ਹੁੰਦਾ ਹੈ ਜਦੋਂ ਸਾਡਾ ਮਨ ਜਾਗ ਪੈਂਦਾ ਹੈ। ਸੋ ਸੌ ਸੇਵ ਜਿਤ ਤੋਟ ਨਾ ਆਵੈ, ਖਾਤ ਖਰਚਤ ਸੁਖ ਆਨੰਦ ਵਿਹਾਵੈ। ਤੇ ਸਤਿਗੁਰੂ ਸਮਝਾਉਂਦੇ ਨੇ, ਜਦੋਂ ਫਿਰ ਮਨ ਜਾਗ ਪੈਂਦਾ ਹੈ, ਫਿਰ ਪ੍ਰਭੂ ਦੀ ਭਗਤੀ ਸ਼ੁਰੂ ਹੁੰਦੀ ਹੈ। ਪ੍ਰਭੂ ਦੇ ਗੁਣ ਗਾਉਂਦੇ ਹਾਂ, ਪ੍ਰਭੂ ਦੀ ਸਿਫਤ ਸਲਾਹ ਕਰਦੇ ਹਾਂ, ਪ੍ਰਭੂ ਦੀ ਸੇਵਾ ਕਰਦੇ ਹਾਂ। ਉਹ ਸੇਵਾ ਕਰਦੇ ਹਾਂ ਜਿੱਥੇ ਫਿਰ ਸਾਨੂੰ ਕਦੇ ਤੋਟ ਨਹੀਂ ਆਉਂਦੀ। ਕੀ ਸੇਵਾ ਹੈ? ਪ੍ਰਭੂ ਦੀ ਸਿਫਤ ਸਲਾਹ, ਸ਼ਬਦ ਦਾ ਗਿਆਨ। ਉਸ ਸ਼ਬਦ ਨੂੰ ਖਰਚਦੇ ਹਾਂ, ਖਾਂਦੇ ਹਾਂ। ਖਾਵੈ ਖਰਚੈ ਰਲ ਮਿਲ ਪਾਈ, ਤੋਟ ਨਾ ਆਵੈ ਬਦ ਹੋ ਜਾਈ।
वो खजाना प्रभु फिर जो बख्शिश करता है, फिर जीव उसकी सिफ सलाह करता है। ऐसा खजाना है जिते तोड़ नहीं आती, अखुट खजाना जिसनों कहा है। खात खर्चत सुख आनंद बिहावे, उसनों आप भी खर्चदा है, भोगदा है, होरां नूं भी खर्चदा है, होरां नूं भी बख्शिश करता है, सुख मानदा है, आनंद दे विच है, टोट नहीं आउंदी है। हमारा समझाउंदे ने बावन अखरी बाणी दे विच, खात खर्चत बिलछत रहे, टूट ना जाहे भंडार, हर हर जपत अनेक जन नानक नाहे सो मार। भी खांदा भी खर्चदा भी है, आनंद माणदा है, ऐसा भंडार प्राप्त हो जाता, टोट नहीं आउंदी। ते अनेकां जीवां नूं उस प्रभु का ज्ञान देंदा है। हर हर जपत अनेक जन, अनेकां जनां दे कोल हरि दे नाम दा भेद दसदा है, हरि दे नाम दा जप दस करदा है, पर कदे टोट नहीं आउंदी। इसे नूं थोड़ा होर खोलिया है पौड़ी दे विच, खखा खूना किश नहीं तिस समरथ कह पाहे, जो देना सो दे रहा भावै ते ते जाहे। उस परमेश्वर दे कोल किसी चीज की कोई कमी नहीं, घाटा नहीं है, जो भी देना वो दे रहा, जिथे मर्जी चले जाइए। खर्च खजाना नाम धन ए भगतन की रास, भी की खर्चदे ने प्रभु, केड़ा धन भगत की खर्चदे ने, केड़ा धन खर्चदे ने, केड़ा उन्हां दा खजाना है नाम धन। खर्च खजाना नाम धन ए भगतन की रास, यही भगतन दी पूंजी है। खात खर्च नाम धन ए भगतन की रास, खिमा गरीबी आनंद सहज जपत रहे गुणदास। क्षमा कर देनी, नीमा रहना, अपने आप नूं इन्ना कुछ सारा हुंदे भी गरीब सदाउणा, आनंद दे विच रहना, सहज दे विच वसना, ये भगतां दा राशि है। ये प्रभु दे गुण गाउंदे रहंदे ने, जपदे रहंदे ने उस दे खजाने नूं। खिमा गरीबी आनंद सहज जपत रहे गुणदास, खेला बिगसै आनंद स्यो जाको होत किरपाल। कहंदे जिन्हों प्रभु किरपा कर देंदा है, वो फिर उत्थे खेलदे ने, हसदे ने, आनंद माणदे ने। खेला बिगसै आनंद स्यो जाको होत किरपाल, सदीव गनीव सुहावने, राम नाम ग्रह माल। क्योंकि उन्हां दे कोल घर दे विच राम नाम दा खजाना है, सदा ही वो सुखी गिने जाते ने, सदा ही आनंद माणदे ने। खेद ना दुख ना डान ते, ना उन्होंने कोई घाटा है, ना दुख है, ना कोई डन लगता है। जाको नदर करी, जिन्होंने आप बख्शिश कर देंदा है। नानक जो प्रभु भाणिया पूरी तना भरी, जो प्रभु नूं पा जांदे ने उन्हां नूं एक खजाना बख्शिश कर देंदा, उन्हां दा कारज पूरा हो जाता है। ते ऐसे जीवा, ऐसे भगतां दे बारे फिर सानू समझाया है भी वो खर्चदे रहिंदे ने, पर कदे टोट नहीं आउंदी। खात खर्चत सुख आनंद बिहावे, कदे आनंद दे विच अपने जीवन बतीत करदे ने, खर्चदे ने। जे तन नूं रोग भी है, मन फिर भी आनंद विच है, क्योंकि तन दे रोग वखरे ने, मन दे रोग वखरे ने। तन दा रोग मन दे वास्ते सुख है, ते तन दा सुख मन दे वास्ते रोग है। दुख दारू सुख रोग पिया, तन दा रोग मन दे वास्ते दवाई है, ते तन दा सुख मन दे वास्ते रोग है। सो इस करके मन आनंद दे विच रहिंदा है। जे सुख देंदा फिर भी उस नूं त्याउंदा है, जे दुख देंदा फिर भी उसे नूं त्याउंदा है। जे सुख दे तां तुझे आराधी, दुख भी तुझे त्याई, जे भुख दे तां इत ही राजा, दुख विच सुख मनाई। सो इस तरीके नाल भगतां दी जिहड़ी रहनी है, इदां विचरदे ने। जग जीवन पुरख साध संग पाया, गुर प्रसाद नानक नाम त्याया।
पर कहते वो परमेश्वर सारे संसार नूं पालनहार, पैदा करनहार वाला, सारे संसार नूं जीवन दान बख्शिश करन वाला, ਉਹਦਾ ਉਸ ਦਾ ਮਿਲਾਪ ਕਦੋਂ ਹੁੰਦਾ ਹੈ? ਜਦੋਂ ਸਾਧੂ ਜਨਾਂ ਦਾ ਸੰਗ ਕਰਦੇ ਹਾਂ। ਸਾਧੂ ਜਨ ਕਿਵੇਂ ਉਸ ਪ੍ਰਭੂ ਦਾ ਗਿਆਨ ਕਰਵਾਉਂਦੇ ਨੇ? ਜੁਗਤ ਦਿੰਦੇ ਨੇ, ਗੁਰ ਦਿੰਦੇ ਨੇ। ਗੁਰ ਦੀ ਕਿਰਪਾ ਸਦਕਾ ਫਿਰ ਨਾਮ ਪ੍ਰਗਟ ਹੁੰਦਾ, ਫਿਰ ਨਾਮ ਤੇ ਆਇਆ ਜਾਂਦਾ ਹੈ। ਫਿਰ ਨਾਮ ਤੇ ਆ ਕੇ ਉਸ ਪ੍ਰਭੂ ਦੇ ਨਾਮ ਨੂੰ ਤਿਆਗ ਕੇ ਫਿਰ ਸਾਨੂੰ ਉਹ ਖਜ਼ਾਨਾ ਮਿਲਦਾ ਹੈ ਜਿਹੜਾ ਕਦੇ ਸਾਡੇ ਕੋਲ ਟੁੱਟ ਨਹੀਂ ਆਉਂਦੀ। ਇਸ ਕਰਕੇ ਸਮਝਾਇਆ ਹੈ ਸਤਿਗੁਰਾਂ ਨੇ ਕਿ ਉਸ ਪ੍ਰਭੂ ਦੇ ਉਦੋਂ ਫਿਰ ਗੁਣ ਗਾਏ ਜਾਂਦੇ ਨੇ। ਫਿਰ ਉਹ ਨਾਮ ਨੂੰ ਅਸੀਂ ਗਾਉਂਦੇ ਹਾਂ, ਉਹ ਕਰਮ ਕਰਦੇ ਹਾਂ, ਉਹ ਖਜ਼ਾਨਾ ਅਸੀਂ ਇਕੱਠਾ ਕਰਦੇ ਹਾਂ ਜਿਹੜਾ ਅੱਗੇ ਵੀ ਸਾਡੇ ਨਾਲ ਚੱਲਦਾ ਹੈ। ਉਹ ਕਿਹੜਾ ਹੈ? ਨਾਮ। ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰੱਖੋ ਸੰਭਾਲ, ਇਹ ਖਰਚ ਅਖੁੱਟ ਹੈ, ਗੁਰਮੁਖ ਨਿਭੈ ਨਾਲ। ਸੋ ਆਓ ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ ਤਾਂ ਕਿ ਉਹ ਨਾਮ ਧਨ ਸਾਨੂੰ ਵੀ ਪ੍ਰਾਪਤ ਹੋਵੇ। ਸਾਡਾ ਵੀ ਮਨ ਜਿਹੜਾ ਹੈ ਆਨੰਦ ਦੇ ਵਿੱਚ ਆਵੇ, ਅਸੀਂ ਵੀ ਸਦਾ ਹੀ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੇ ਰਹੀਏ। ਸਾਡੇ ਅੰਦਰੋਂ ਵੀ ਜਿਹੜੇ ਵਿਕਾਰ ਨੇ, ਜਿਹੜੇ ਭਰਮ ਨੇ, ਉਹ ਖਤਮ ਹੋ ਜਾਣ। ਅਸੀਂ ਵੀ ਉਹ ਕਰੀਏ ਜਿਹੜਾ ਪ੍ਰਭੂ ਨੂੰ ਪ੍ਰਵਾਨ ਹੈ। ਉਹਦੇ ਭਾਣੇ ਦੇ ਵਿੱਚ ਚਲੀਏ ਤਾਂ ਕਿ ਸਾਡਾ ਲੋਕ ਵੀ ਸੁਖੀ ਹੋਵੇ ਤੇ ਪਰਲੋਕ ਵੀ ਸੁਹੇਲਾ ਹੋਵੇ। ਕੀ ਕਰਨਾ ਹੈ ਆਪਾਂ? ਕਿਵੇਂ ਉਸ ਪ੍ਰਭੂ ਦੇ ਚਰਨਾਂ ਨਾਲ ਜੁੜਨਾ ਹੈ? ਕਿੱਥੇ ਵਸਦਾ ਹੈ ਪ੍ਰਭੂ? ਉਹ ਸਾਨੂੰ ਦੱਸਿਆ ਕਿ ਬਹੁਤ ਨੇੜੇ ਵਸਦਾ ਹੈ। ਇੰਨਾ ਨੇੜੇ ਹੈ ਕਿ ਸਾਡੇ ਨਿਜ ਘਰ ਦੇ ਵਿੱਚ ਵਸਦਾ ਹੈ। ਨੇੜੇ ਨਾਹੀਂ ਦੂਰ, ਨਿਜ ਆਤਮੇ ਰਹਾ ਭਰਪੂਰ। ਨਿਜ ਘਰ ਦੇ ਵਿੱਚ ਸਾਡੇ ਜਿੱਥੇ ਆਤਮਾ ਹੈ ਉੱਥੇ ਹੀ ਪਰਮੇਸ਼ਰ ਦਾ ਵਾਸਾ ਹੈ। ਕਈ ਜੀਵ ਕਹਿ ਦਿੰਦੇ, ਕਈ ਜੀਵ ਇਹ ਸਮਝਦੇ ਨੇ ਵੀ ਆਤਮਾ ਸਰੀਰ ਚੋਂ ਨਿਕਲ ਗਈ ਤੇ ਆਤਮਾ ਮਰ ਗਈ, ਜਾਂ ਆਤਮਾ ਹੀ ਦੁਬਾਰਾ ਜਨਮ ਲੈਂਦੀ ਹੈ। ਕਿਉਂਕਿ ਜਿਹੜੀ ਆਤਮਾ ਹੈ ਉਹ ਨਾ ਜਨਮਦੀ ਹੈ ਤੇ ਨਾ ਮਰਦੀ ਹੈ। ਤੇ ਜਿਹੜਾ ਸਰੀਰ ਜਿਸ ਨੂੰ ਦਿੱਤਾ ਜਾਂਦਾ ਹੈ ਉਹ ਵੀ ਆਤਮਾ ਨੂੰ ਨਹੀਂ ਦਿੱਤਾ ਜਾਂਦਾ। ਉਹ ਕਿਸ ਨੂੰ ਦਿੱਤਾ ਜਾਂਦਾ ਹੈ? ਮਨ ਨੂੰ। ਮਨ ਵੱਖਰਾ ਹੈ, ਆਤਮਾ ਵੱਖਰੀ ਹੈ ਤੇ ਪਰਮਾਤਮਾ ਵੱਖਰਾ ਹੈ। ਪਰ ਜਦੋਂ ਇਹ ਇੱਕ ਅਵਸਥਾ ਹੈ, ਇੱਕ ਸਥਾਨ ਹੈ, ਜਦੋਂ ਅਸੀਂ ਉੱਥੇ ਤੱਕ ਪਹੁੰਚ ਜਾਂਦੇ ਹਾਂ ਤੇ ਸਾਡੇ ਵਾਸਤੇ ਫਿਰ ਸਾਰਾ ਕੁਛ ਹੀ ਇੱਕ ਹੀ ਬਣ ਜਾਂਦਾ ਹੈ। ਉਹ ਕਿਵੇਂ ਹੁੰਦਾ ਹੈ? ਪਹਿਲਾਂ ਸਾਡਾ ਮਨ ਜਿਹੜਾ ਹੈ ਵਿਛੜਿਆ ਹੈ ਆਤਮਾ ਤੋਂ, ਉਹ ਆਪਾ ਮਿਟਾ ਕੇ ਆਤਮਾ 'ਚ ਸਮਾਉਂਦਾ ਹੈ। ਉੱਥੇ ਮਨ ਆਤਮ ਰੂਪ ਹੋ ਜਾਂਦਾ ਹੈ। ਜਦੋਂ ਭਰਮ ਖਤਮ ਹੋ ਜਾਂਦਾ ਹੈ ਫਿਰ ਆਤਮਾ ਪਰਮਾਤਮਾ 'ਚ ਸਮਾ ਜਾਂਦੀ ਹੈ। ਫਿਰ ਆਤਮਾ ਪਰਮਾਤਮਾ ਵੀ ਇੱਕ ਹੋ ਜਾਂਦੇ ਨੇ। ਪਰ ਜਦੋਂ ਸਾਡੇ ਅੰਦਰੋਂ ਭਰਮ ਖਤਮ ਹੋ ਜਾਂਦੇ ਨੇ, ਸਾਡੇ ਅੰਦਰੋਂ ਦੁਬਿਧਾ ਖਤਮ ਹੋ ਜਾਂਦੀ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਆਤਮਾ ਪਰਮਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਜਿੰਨੀ ਦੁਬਿਧਾ ਹੈ, ਭਰਮ ਹੈ, ਦੁਚਿੱਤੀ ਹੈ, ਉਨੀ ਦੇਰ ਮਨ ਆਤਮਾ ਤੋਂ ਵਿਛੜਿਆ ਹੈ ਤੇ ਆਤਮਾ ਤੇ ਪਰਮਾਤਮਾ ਦਾ ਕਦੇ ਵੀ ਵਿਛੋੜਾ ਨਹੀਂ ਹੈ। ਜਦੋਂ ਭੇਤ ਆ ਜਾਂਦਾ ਹੈ ਫਿਰ ਆਤਮਾ ਹੀ ਪਰਮਾਤਮਾ ਬਣ ਜਾਂਦੀ ਹੈ। ਜਿਹਨੂੰ ਆਸਾ ਜੀ ਦੀ ਵਾਰ 'ਚ ਸਤਿਗੁਰੂ ਜੀ ਸਮਝਾਉਂਦੇ ਨੇ, ਏਕ ਕ੍ਰਿਸ਼ਨੰ ਸਰਵ ਦੇਵਾ
देव देवाता आत्मा आत्म वासुदेवस जे को जाना प्यो। भी जिन्हों भेद आ गया फिर आत्मा ही वासुदेव है, परमात्मा है। पर जदों भेद आ जाता है नहीं की है, क्योंकि आम जीव आत्मा नू ही समझते कि आत्मा ही बार बार जन्म लैंदी है, जन्मां दे विच आउंदी है जां जूनां दे विच जांदी है, क्योंकि आत्मा कदे भी जूनां दे विच नहीं जाती। आत्मा 9 दरां ते नहीं आउंदी। आत्मा दा वासा हमेशा ही 10वें द्वार च है। सो इस करके आपां मन ने किवें आत्मा समाउणा है ते आत्मा तो फिर किवें परमात्मा रूप होना है। ये सारा ही एक जुगत है, एक तरीका है, एक विधि है। उसदे वास्ते आपां सब तो पहला की करना है, पहला अपने मन नूं समझना होता है कि मन की है। साडा जिहड़ा मन है वो जोत स्वरूप है। ते मन आत्मा तो विछड़िया किवें है, परमात्मा तो विछड़िया किवें है? क्योंकि मन अपने मैल लग चुकी है, मन अपने रूप नूं भुल चुका है। मन नूं अपने रूप की पहचान नहीं रही। मन अस्थूल हो चुका है, जबकि मन साडा प्रकाश सी। जिन्हों महाराज समझाउंदे ने, मन तू जोत स्वरूप है, अपना मूल पछाण। मन हर जी तेरे नाल है, गुरमती ढंग मान। क्योंकि परमेश्वर सदा साडे नाल है, पर मन नूं अपने आप का ज्ञान नहीं, अपने मूल की पहचान नहीं। इस करके परमेश्वर की इसनूं पहचान नहीं, आत्मा की पहचान नहीं, परमात्मा की पहचान नहीं। जो अपने मूल नूं पहचान लेगा फिर परमात्मा की पहचान होती है। उसनूं पहचानने दे वास्ते की करना हुंदा? असीं ध्यान करना हुंदा है। ध्यान की है? देखना। किवें देखना है? एक दृष्ट होकर देखना है। संसार किवें देखदा है? 2 दृष्टि च देखदा है। क्योंकि 2 अखां ने, 2 नेत्र ने साडे, असीं दोनां नेत्रां नाल देखदे हां। ते देखना किवें है? एक दृष्ट होके। एक दृष्ट होना की है कि यह सज्जा दृष्टि साडी, ये नेत्र इस नेत्र च समाउंदा है। एक दृष्ट हुंदे हां। फिर कित्थे वसदा है? नेड़े है। हर संतो वेखो नदर कर, निकट वसे भरपूर। गुरमत जिनी पछाणिया से वेखा सदा हजूर। हुण उस समझाया है कि सानू किवें पता लगे कि असीं एक दृष्ट हाँ कि 2 दृष्ट हाँ। बड़ा सौखा है समझना। अपना जिहड़ी दृष्टि है, अपने दोनों नेत्रां दी दृष्टि नूं इस पॉइंट ते आपां फोकस करना है। जिवें ईड़ी अखर है 2 तो आपां एक पॉइंट ते लै आउणा है। इस ध्यान ला के आपां देखना है कि नक दिसदा सानू अपना। क्योंकि जे आपां नूं इत्थे देखण दे नाल नक नज़र आउंदा है, असीं 2 दृष्टि च हां। जे नक नहीं दिसदा सानू, अपना नक नहीं दिसदा, एक दृष्ट हाँ। जे दिसदा फिर आपां देखना हुंदा भी किस पासे तो दिसदा है। वो तो सानू अपने ध्यान का पता चलता भी साडा ध्यान किस पासे ज़्यादा है। जे ध्यान सज्जे ज़्यादा होएगा, सानू अपना नक सज्जे पासों दिसेगा। जे ध्यान खब्बे ज़्यादा होएगा, नक खब्बे पासों दिसेगा। जे ध्यान ना साडा ज़्यादा सज्जे हो खब्बे होगा, ना ज़्यादा सज्जे होएगा, फिर सानू विचाले होगा, दोनों पासे तो नक दिसदा है। जदों एक दृष्ट होवांगे नक नज़र नहीं आउंदा, ते जदों गुर दे ज्ञान नाल ध्याउणा शुरू करांगे, ये नक सानू प्रकाश हो जाता है, साडी जोत प्रगट हो जाती है, असीं जोत स्वरूप हो जाते हैं। फिर उस जोत स्वरूप नूं पहचान के असीं देख सकते हाँ सारे पासे ही परमेश्वर है। जोत जोत समाउंदी है, मन दा आपा खत्म हो जाता है, मन आत्म रूप हो जाता है। ते फिर उसकी सिफ सलाह करके परमेश्वर समाउंदा है, ते फिर उसका रूप हो जाता है। सो आप करना की है,
ਆਪਾਂ ਸਭ ਤੋਂ ਪਹਿਲਾਂ ਇਸ ਪੁਆਇੰਟ ਤੇ ਆਪਣੀ ਦ੍ਰਿਸ਼ਟੀ ਨੂੰ ਸਮ ਕਰਾਂਗੇ, ਫੋਕਸ ਕਰਾਂਗੇ। ਇਹ ਦੇਖਾਂਗੇ ਕਿ ਨੱਕ ਨਜ਼ਰ ਆਉਂਦਾ ਕਿ ਨਹੀਂ ਆਉਂਦਾ। ਜੇ ਦਿਸਦਾ ਹੈ ਨੱਕ ਕਿਸ ਪਾਸੇ ਤੋਂ ਦਿਸਦਾ, ਸੱਜੇ ਖੱਬੇ ਜਾਂ ਦੋਨੋਂ ਪਾਸੇ ਤੋਂ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਫਿਰ ਆਪਾਂ ਸਾਹਮਣੇ ਦੇਖਾਂਗੇ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਚੁੱਕ ਦਾਂਗੇ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਸਾਹਮਣੇ ਦੇਖਾਂਗੇ। ਫਿਰ ਜਦੋਂ ਕਵਾਂਗਾ ਨੱਕ ਤੇ, ਫਿਰ ਨੱਕ ਤੇ ਸਮ ਕਰਕੇ ਦੇਖਾਂਗੇ। ਇੱਦਾਂ ਫਿਰ ਆਪਾਂ ਦੇਖਾਂਗੇ ਬਾਅਦ ਚ ਆ ਕੇ ਜੇ ਕਿਸੇ ਨੂੰ ਨੱਕ ਦਿਸਦਾ ਹੈ ਕਿ ਫਿਰ ਦਿਸਣੋਂ ਹਟ ਗਿਆ। ਕਿਉਂਕਿ ਆਪਾਂ ਕਿਉਂ ਜਾਣਾ, ਸਾਡੇ ਅੰਦਰ ਸਾਹਮਣੇ ਮਸਤਕ ਤੇ ਮਾਲਕ ਦਾ ਵਾਸਾ ਹੈ, ਤੇ ਨੇਤਰਾਂ ਦੇ ਸਾਹਮਣੇ ਆਤਮਾ ਹੈ, ਤੇ ਮਸਤਕ ਤੇ ਪਰਮਾਤਮਾ ਹੈ, ਤੇ ਮਨ ਸਾਡਾ ਨੇਤਰਾਂ 'ਚ ਹੈ। ਇਹ ਰਸਤਾ ਭੁੱਲਿਆ ਸੀ। ਇੱਧਰ ਨੂੰ ਆਪਾਂ ਅੰਦਰ ਜਾਂਦੇ ਹਾਂ, ਇੱਧਰ ਨੂੰ ਬਾਹਰ ਜਾਂਦੇ ਹਾਂ। ਫਿਰ ਆਪਾਂ ਦੇਖਾਂਗੇ ਜਦੋਂ ਇੱਕ ਦ੍ਰਿਸ਼ਟ ਹੋ ਜਾਵਾਂਗੇ ਸਾਨੂੰ ਨੱਕ ਨਹੀਂ ਨਜ਼ਰ ਆਏਗਾ। ਫਿਰ ਅਸੀਂ ਅਭਿਆਸ ਕਰਾਂਗੇ, ਫਿਰ ਸਾਡਾ ਮੁੱਖ ਪ੍ਰਕਾਸ਼ ਹੋਏਗਾ। ਫਿਰ ਸਾਨੂੰ ਆਪਣੇ ਪ੍ਰਕਾਸ਼ ਰੂਪ ਦੀ, ਜੋਤ ਸਰੂਪ ਦੀ ਪਹਿਚਾਨ ਹੁੰਦੀ ਹੈ। ਸੋ ਆਓ ਸਾਰੇ ਹੀ ਆਪਾਂ ਕਰਕੇ ਦੇਖੀਏ, ਆਪਣੀ ਦ੍ਰਿਸ਼ਟੀ ਨੂੰ ਇਸ ਪੁਆਇੰਟ ਤੇ ਸਮ ਕਰਕੇ ਆਪਣੇ ਆਪ ਨੂੰ ਦੇਖੀਏ ਕਿ ਨੱਕ ਨਜ਼ਰ ਆਉਂਦਾ ਹੈ ਕਿ ਨਹੀਂ ਆਉਂਦਾ। ਜੇ ਦਿਸਦਾ ਹੈ ਕਿਸ ਪਾਸੇ ਤੋਂ ਦਿਸਦਾ, ਸੱਜੇ ਖੱਬੇ ਜਾਂ ਦੋਨੋਂ ਪਾਸੇ ਤੋਂ। आओ सारे करके देखिए। सामने लेके आइए, ध्यान सामने देखिए। मस्तक दे सामने ले जो ध्यान, पलका उत्ते चुक दो। फिर सामने लेके आइए, ध्यान सामने देखिए। फिर नक ते सम करके देखिए अपने आप ਨੂੰ। देखना जे किसी नक दिसदा सी पहला कोई नवा जीव जे है, देखना है कि नक दिसनों हट गया। क्योंकि जो एक दृष्ट होवांगे सानू अपना नक नहीं दिसेगा। हल्की जी परछाई आपां खब्बे पासे सानू अनुभव हो सकती है। नीचे लेके जाइए ध्यान, अपनी दृष्टि नूं ध्यान नूं नीचे लै जो। नीचे जो भी कपड़ा वगैरह विछया है, जिथे आपां बैठे उस तो थोड़ा ऊपर आपां देखने की कोशिश करांगे। इत्थे सानू प्रकाश अनुभव होना शुरू होएगा। इदां सानू अनुभव होएगा जिवें कपड़े दे उत्ते पानी दीयां लहरां ने।
क्योंकि है अनुभवी प्रकाश, लेकिन लहरां की तरह सानू अनुभव होएगा। फिर सम करके अपने आप को देखिए, दृष्टि सम करके फिर अपने आप को देखिए। फिर नीचे ले जी ध्यान। फिर सम करके अपने आप को देखिए, दृष्टि सम करके फिर अपने आप को देखिए, अपने प्रकाश रूप में देखिए।
फिर नीचे ले जाइए ध्यान। बिल्कुल रिलैक्स देखना है, नीचे जोर नहीं लगाना। फिर दृष्टि सम करके अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां उस मालिक के चरनां नाल जुड़ना है ते आप सानू इन्हां जो संसार दे जंजाल ने, बेकार ने, आप इस दे विचों सानू कढ लैंदा है। पर जदों असीं गुर दा ज्ञान लेके उस परमेश्वर के चरनां नाल जुड़ते हाँ ते आप सानू इत्थों कढ के अपने गल नाल लाउंदा है। आप सानू सवार लैंदा है, आप सानू सोजी बख्शिश करदा है, आप अपनी सेवा दे विच लाउंदा है, अपनी भगती दे विच लाउंदा है। क्योंकि अपना जीवन जिहड़ा है परमेश्वर की भगती वास्ते आपां नूं इह मनुखा देही मिली है। इन्हूं महाराज समझाउंदे ने कि असीं जे इत्थे आके भगती ना कीती, भगतहीन काहे जग आया। कि तू आए की करना जे तू भगती नहीं की, भगती तो हीना है। क्योंकि असीं भगती करनी है प्रभु दी, ते भगती करके अपने जीवन नूं सफल करना है। सो प्यारिओ, इन्नी को विचार करते हाँ बहुत सारिया भुलां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।